खटड़ा रणबीर सिंह खटड़ा उन्होंने बधाई भी दी, जिस तरीके उन्होंने जांच की और जो कुछ तथ्य जिहड़े हैगे सामने आए और जिन्हां तथ्यां दे आधार ते अज अदालत ने फैसला सुनाया, दोषी करार दिता गया मुलजमान और सजा जिहड़ी हैगी सुनाई गई है। पर इस दे नाल ही कई सारे तथ्य होर भी ने, उन्होंने ग्राफिकली समझण दी असीं कोशिश करदे हां। खटड़ा दी SIT ने जिहड़ा हैगा की कहा सीगा, पिंड मलके का बेअदबी कांड जिहड़ा सीगा, खटड़ा दी SIT ने मलके दे नाल गुरसर दी जांच कीती सी। दो बेअदबी मामले होए सीगे मलके ते गुरसर दे विच। 2011 मोगा अगजनी कांड दी तफ्तीश जिहड़ी हैगी है ਉਹ अपने आप विच वड्डा एक आधार बनी। 4 नवंबर 2015 ਨੂੰ ਮੋਗਾ ਦੇ ਪਿੰਡ ਮਲਕੇ 'ਚ ਬੇਅਦਬੀ ਹੋਈ ਸੀਗੀ। ਬਰਗਾੜੀ ਦੀ ਤਰਜ਼ ਤੇ ਪਾਵਨ ਸਰੂਪ ਦੀ ਬੇਅਦਬੀ ਹੋਈ। ਮਲਕੇ ਵਿੱਚ ਸਮਾਲਸਰ ਰੋਡ ਤੇ ਖੰਡਿਤ ਅੰਗ ਮਿਲੇ ਸੀਗੇ ਤੇ ਮਲਕੇ ਪਿੰਡ ਦੀ ਗਲੀਆਂ ਵਿੱਚ ਥਾਂ-ਥਾਂ ਤੇ ਜਿਹੜਾ ਹੈਗਾ ਅੰਗ ਖਿਲਰੇ ਹੋਏ ਮਿਲੇ ਸੀਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਤੇ 4 ਨਵੰਬਰ 2015 ਨੂੰ ਸਭ ਤੋਂ ਪਹਿਲਾਂ ਇਹ ਮਾਮਲਾ ਜਿਹੜਾ ਹੈਗਾ ਉਹ ਸਾਹਮਣੇ ਆਇਆ ਸੀਗਾ। ਇਸ ਦੀ ਜਦੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਦੇ ਵਿੱਚ ਜਿਹੜੀ SIT ਜਿਹੜੀ ਕੰਮ ਕਰ ਰਹੀ ਸੀਗੀ ਉਸ ਨੇ ਇਸ ਮਾਮਲੇ ਦੀ ਜਾਂਚ ਜਿਹੜੀ ਹੈਗੀ ਉਹ ਸ਼ੁਰੂ ਕੀਤੀ ਔਰ ਜਾਂਚ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਉਹ ਆਪਣੇ ਆਪ ਵਿੱਚ ਹੈਰਾਨ ਕਰਨ ਵਾਲਾ ਸੀਗਾ। ਜਾਂਚ ਦੇ ਵਿੱਚ ਜਦੋਂ ਕੜੀਆਂ ਜੁੜੀਆਂ, ਜਦੋਂ ਇੱਕ ਇੱਕ ਕਰਕੇ ਜਿਹੜਾ ਹੈਗਾ ਕੜੀਆਂ ਜੁੜਦੀਆਂ ਗਈਆਂ ਔਰ ਤੱਥ ਜਿਹੜੇ ਸੀਗੇ ਥਾਂ-ਥਾਂ ਤੋਂ ਇਕੱਠੇ ਕੀਤੇ ਗਏ। ਮਲਕੇ ਪਿੰਡ ਦੀ ਗਲੀਆਂ ਵਿੱਚ ਥਾਂ-ਥਾਂ ਤੇ ਖਿਲਰੇ ਹੋਏ ਅੰਗ ਮਿਲੇ ਸੀਗੇ। ਰੂੜੀ ਤੇ ਨਾਲੀਆਂ ਦੇ ਵਿੱਚ ਖੰਡਿਤ ਅੰਗ ਜਿਹੜੇ ਸੀਗੇ ਉਹ ਬਖੇਰੇ ਗਏ ਸੀਗੇ ਤੇ ਜਾਂਚ ਦੇ ਲਈ ਉਸ ਵੇਲੇ ਜਿਹੜਾ ਹੈਗਾ ਤਤਕਾਲੀਨ ਬਾਦਲ ਸਰਕਾਰ ਨੇ SIT ਜਿਹੜੀ ਹੈਗੀ ਉਹ ਬਣਾ ਦਿੱਤੀ ਸੀ ਤੇ SIT ਬਣਾਉਣ ਤੋਂ ਬਾਅਦ ਜਿਹੜਾ ਹੈਗਾ ਨਵੰਬਰ 2015 ਦੇ ਵਿੱਚ RS ਖੱਟੜਾ ਦੀ ਅਗਵਾਈ ਦੇ ਵਿੱਚ SIT ਬਣੀ ਸੀ। ਖੱਟੜਾ ਦੀ SIT ਨੇ ਮਲਕੇ ਦੇ ਨਾਲ ਗੁਰਸਰ ਦੀ ਜਾਂਚ ਸ਼ੁਰੂ ਕੀਤੀ। ਮੋਗਾ ਵਿੱਚ 2011 ਦੇ ਅਗਜਨੀ ਕਾਂਡ ਦੀ ਤਫਤੀਸ਼ ਜਿਹੜੀ ਹੈਗੀ ਹੈ ਸਭ ਤੋਂ ਵੱਡੀ ਕੜੀ ਬਣੀ ਇਸ ਪੂਰੇ ਮਾਮਲੇ ਨੂੰ ਸੋਰਟ ਆਊਟ ਕਰਨ ਦੇ ਵਿੱਚ। ਜਿਸ ਤਰੀਕੇ ਰਣਬੀਰ ਸਿੰਘ ਖੱਟੜਾ ਵੀ ਆਪੇ ਦੱਸ ਰਹੇ ਸੀਗੇ ਹੁਣ ਕਿ ਜਦੋਂ ਉਹਨਾਂ ਨੇ ਇਸ ਪੂਰੇ ਮਾਮਲੇ ਵਿੱਚ ਅਗਜਨੀ ਮਾਮਲੇ ਦੀ ਜਾਂਚ ਕੀਤੀ, ਡੇਰਾ ਪ੍ਰੇਮੀਆਂ ਦੇ ਨਾਲ ਜਦੋਂ ਉਸ ਤੇ ਤਾਰ ਜਾ ਕੇ ਜੁੜੇ ਔਰ ਜਦੋਂ ਉਹਨਾਂ ਨੇ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਜਿਹੜੀ ਹੈਗੀ ਸ਼ੁਰੂ ਕੀਤੀ, ਜਿਹੜੇ ਗ੍ਰਿਫਤਾਰ ਕੀਤੇ ਗਏ ਸੀਗੇ ਉਹਨਾਂ ਤੋਂ ਪੁੱਛਗਿੱਛ ਜਿਹੜੀ ਹੈਗੀ ਸ਼ੁਰੂ ਕੀਤੀ ਤਾਂ ਸਾਰੀਆਂ ਕੜੀਆਂ ਫਿਰ ਜੁੜ ਗਈਆਂ। ਫਿਰ ਜਿਹੜਾ ਹੈਗਾ ਇੱਕ ਇੱਕ ਕਰਕੇ ਤੱਥ ਜਿਹੜੇ ਹੈਗੇ ਸਾਹਮਣੇ ਆਏ। ਬੇਸ਼ੱਕ ਉਹ ਮਹਿੰਦਰਪਾਲ ਬਿੱਟੂ ਦੀ ਗ੍ਰਿਫਤਾਰੀ ਹੋਈ ਹੋਵੇ ਜਾਂ ਉਸ ਤੇ ਬਾਕੀ ਸਾਥੀਆਂ ਦੀ ਪ੍ਰਿਥੀ ਦੀ ਗ੍ਰਿਫਤਾਰੀ ਹੋਈ ਹੋਵੇ, ਉਸ ਵੇਲੇ ਉਹਨਾਂ ਨੇ ਫਿਰ ਇਹ ਜਿਹੜਾ ਹੈਗਾ ਇਹ ਸਾਰਾ ਜਿਹੜਾ ਪਲਾਨ ਸੀਗਾ ਇਸ ਦੇ ਬਾਰੇ SIT ਨੂੰ ਦੱਸਿਆ ਕਿ ਕਿਉਂ ਇਹ ਕਰ ਰਹੇ ਸੀਗੇ। ਔਰ ਜਿਸ ਤਰੀਕੇ ਉਸ ਤੋਂ ਪਹਿਲਾਂ ਮੋਗਾ ਅਦਾਲਤ ਜਿੱਥੇ ਫੈਸਲਾ ਸੁਣਾਇਆ ਗਿਆ, ਸਾਡੇ ਸਹਿਯੋਗੀ ਦੀਪਕ ਸਿੰਘਲਾ ਮੌਜੂਦ ਸੀਗੇ, ਉਹਨਾਂ ਦੇ ਨਾਲ SIT ਦੇ ਮੈਂਬਰ ਵੀ ਮੌਜੂਦ ਸੀਗੇ। ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਡੇਰਾ ਪ੍ਰੇਮੀਆਂ ਨੇ ਖਾਸ ਕਰਕੇ 45 ਮੈਂਬਰੀ ਜਿਹੜੀ ਕਮੇਟੀ ਸੀਗੀ ਉਸ ਵੇਲੇ ਉਹ ਹਿਦਾਇਤ ਦਿੰਦੀ ਸੀਗੀ ਡੇਰੇ ਦੇ ਪ੍ਰੇਮੀਆਂ ਨੂੰ, ਜਿਹੜੇ ਉਹਨਾਂ ਦੇ ਲੋਕ ਸੀਗੇ ਉਸ ਇਲਾਕੇ ਵਿੱਚ, ਕਿ ਇੱਥੇ ਸਿੱਖ ਪ੍ਰਚਾਰਕਾਂ ਦਾ ਪ੍ਰੋਗਰਾਮ ਹੋਣ ਜਾ ਰਿਹਾ। ਪਹਿਲੀ ਗੱਲ ਤਾਂ ਉਹ ਇਹ ਕੋਸ਼ਿਸ਼ ਕਰਦੇ ਸੀ ਕਿ ਉਸ ਥਾਂ ਤੇ ਨਾਮ ਚਰਚਾ ਜਿਹੜੀ ਹੈਗੀ ਉਹ ਰੱਖ ਲਈ ਜਾਵੇ ਪੈਰਲਲ ਆਪਣੇ ਆਪ ਨੂੰ ਵੱਡਾ ਸਾਬਿਤ ਕਰਨ ਦੇ ਲਈ। ਤੇ ਦੂਜੀ ਕੋਸ਼ਿਸ਼ ਜਿਹੜੀ ਹੈਗੀ ਇਸ ਤੋਂ ਅੱਗੇ ਜਦੋਂ ਵਧੇ ਤਾਂ ਫਿਰ ਕੋਸ਼ਿਸ਼ ਇਹ ਸੀਗੀ ਕਿ ਬੇਅਦਬੀ ਜਿਹੜੀ ਹੈਗੀ ਉਹ ਕਰਾਈ ਜਾਵੇ, ਯਾਨੀ ਮਾਹੌਲ ਵਿਗਾੜਨ ਦੀ ਕੋਸ਼ਿਸ਼ ਸੀਗੀ। ਔਰ ਬੇਅਦਬੀ ਕੇਸ ਦੇ ਵਿੱਚ ਸਜ਼ਾ ਹੋਈ ਕੀ ਹੈ ਤੁਹਾਨੂੰ ਇਹ ਦੱਸਦੇ ਨੇ। ਪਹਿਲੀ ਸਜ਼ਾ ਦਾ ਐਲਾਨ ਹੋਇਆ ਪਿੰਡ ਮਲਕੇ ਦਾ ਬੇਅਦਬੀ ਮਾਮਲਾ ਜਿਹੜਾ ਹੈਗਾ, ਬੇਅਦਬੀ ਮਾਮਲੇ ਦੇ ਵਿੱਚ 3 ਡੇਰਾ ਪ੍ਰੇਮੀਆਂ ਨੂੰ ਸਜ਼ਾ ਹੋਈ ਹੈ। ਮੋਗਾ ਦੀ ਅਦਾਲਤ ਨੇ 3 ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਨੂੰ 5-5 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ ਅਦਾਲਤ ਦੇ ਵੱਲੋਂ ਤੇ ਇਸੇ ਮਾਮਲੇ ਵਿੱਚ ਨਾਮਜ਼ਦ 2 ਮੁਲਜ਼ਮਾਂ ਨੂੰ ਬਰੀ ਵੀ ਕੀਤਾ ਗਿਆ। ਅਮਨਦੀਪ, ਮਿੱਠੂ ਤੇ ਪ੍ਰਿਥਵੀ 3 ਨੇ ਜਿਨ੍ਹਾਂ ਨੂੰ 3 ਸਾਲ ਦੀ ਸਜ਼ਾ ਹੋਈ ਹੈ। ਦਵਿੰਦਰ ਸਿੰਘ ਤੇ ਸਤਨਾਮ ਸੱਤਾ ਜਿਹੜੇ ਸੀਗੇ ਅਦਾਲਤ ਵੱਲੋਂ ਬਰੀ ਕਰ ਦਿੱਤੇ ਗਏ ਨੇ। ਨਵੰਬਰ ਮਹੀਨੇ ਜਿਹੜਾ ਹੈਗਾ ਇਹ ਬੇਅਦਬੀ ਕੇਸ ਦੇ ਵਿੱਚ 2 FIR ਦਰਜ ਹੋਈ ਸਨ ਤੇ ਪੁਲਿਸ ਨੇ FIRs ਦੇ ਵਿੱਚ 5 ਲੋਕਾਂ ਨੂੰ ਮੁਲਜ਼ਮ ਜਿਹੜਾ ਹੈਗਾ ਕਰਾਰ ਦਿੱਤਾ ਸੀ। 5 ਲੋਕਾਂ ਨੂੰ ਮੁਲਜ਼ਮ ਬਣਾਇਆ ਸੀਗਾ, ਪੁਲਿਸ ਨੇ ਬਾਈ ਨੇਮ ਬਣਾਇਆ ਸੀ ਤੇ ਇਹਨਾਂ ਚੋਂ 3 ਅਮਨਦੀਪ, ਮਿੱਠੂ ਤੇ ਪ੍ਰਿਥਵੀ ਨੂੰ 3 ਸਾਲ ਦੀ ਸਜ਼ਾ, 5 ਹਜ਼ਾਰ ਦਾ ਜੁਰਮਾਨਾ ਤੇ ਦਵਿੰਦਰ ਸਿੰਘ ਤੇ ਸਤਨਾਮ ਸਿੰਘ ਸੱਤਾ ਨੂੰ ਬਰੀ ਕਰ ਦਿੱਤਾ ਗਿਆ। ਪਹਿਲਾ ਕੇਸ ਹੈਗਾ, ਪਹਿਲਾ ਅਜਿਹਾ ਮਾਮਲਾ ਜਿਸ ਦੇ ਵਿੱਚ ਸਜ਼ਾ ਦਾ ਐਲਾਨ ਜਿਹੜਾ ਹੈਗਾ ਹੋਇਆ ਮੋਗਾ ਦੇ ਪਿੰਡ ਮਲਕੇ ਦਾ ਇਹ ਮਾਮਲਾ ਹੈ। ਮਲਕੇ ਗੁਰਸਰ ਦੋਵਾਂ ਥਾਵਾਂ ਤੇ ਜਿਹੜਾ ਹੈਗਾ ਬੇਅਦਬੀ ਹੋਈ ਸੀਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਗ ਜਿਹੜੇ ਸੀਗੇ ਉਹ ਖਿਲਰੇ ਹੋਏ ਮਿਲੇ ਸੀਗੇ ਥਾਂ ਤੇ ਔਰ ਇਹ ਪਲੈਨਿੰਗ ਦੇ ਤਹਿਤ ਹੋਇਆ ਸੀ। ਬੇਅਦਬੀ ਜਿਹੜੀ ਹੈਗੀ ਹੈ ਪਲੈਨਿੰਗ ਦੇ ਤਹਿਤ ਕੀਤੀ ਗਈ ਸੀ। ਜਿਸ ਤਰੀਕੇ ਉਸ ਵੇਲੇ ਜਿਹੜਾ ਹੈਗਾ ਇਹ ਵੀ ਬਿਆਨ ਦਿੱਤੇ ਜਾ ਰਹੇ ਸੀਗੇ ਕਿ ਨਹੀਂ ਸਰੂਪ ਜਿਹੜੇ ਹੈਗੇ ਚੋਰੀ ਕਰ ਲਏ ਗਏ, ਗਲਤੀ ਨਾਲ ਜਿਹੜਾ ਕਈ ਇਸ ਤਰ੍ਹਾਂ ਦੇ ਬਿਆਨ ਵੀ ਸਾਹਮਣੇ ਆਏ ਸੀਗੇ ਉਸ ਵੇਲੇ ਕਿ ਇਹ ਘਟਨਾਵਾਂ ਜਿਹੜੀਆਂ ਸੀਗੀਆਂ ਚੋਰੀ ਦੀਆਂ ਘਟਨਾਵਾਂ ਸੀਗੀਆਂ ਔਰ ਬਾਅਦ ਵਿੱਚ ਜਿਹੜਾ ਹੈਗਾ ਇਸ ਤਰੀਕੇ ਜਿਹੜਾ ਹੈਗਾ ਘਟਨਾਵਾਂ ਨੂੰ ਦਿਖਾ ਦਿੱਤਾ ਗਿਆ। ਪਰ ਜਦੋਂ ਜਾਂਚ ਹੋਈ ਤਾਂ ਫਿਰ ਇਹ ਸਾਹਮਣੇ ਆਇਆ ਕਿ ਇਹ ਸਿਰਫ ਚੋਰੀ ਨਹੀਂ ਸੀ, ਇਹ ਸਿਰਫ ਜਿਹੜਾ ਹੈਗਾ ਇਹ ਅਚਾਨਕ ਨਹੀਂ ਸੀ ਹੋਇਆ। ਇਹ ਸਭ ਕੁਝ ਜਿਹੜਾ ਹੈਗਾ ਬਕਾਇਦਾ ਪਲੈਨਿੰਗ ਕਰਕੇ ਗਿਣ ਮਿੱਥ ਕੇ ਜਿਹੜਾ ਹੈਗਾ ਇਹ ਪਲੈਨਿੰਗ ਕੀਤੀ ਗਈ ਸੀਗੀ ਔਰ ਪਲੈਨਿੰਗ ਦੇ ਨਾਲ ਜਿਹੜਾ ਹੈਗਾ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ। ਔਰ ਜਿਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਮੋਗਾ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ 3 ਦੋਸ਼ੀਆਂ ਨੂੰ 3 ਸਾਲ ਦੀ ਸਜ਼ਾ, 5 ਹਜ਼ਾਰ ਰੁਪਏ ਦਾ ਜੁਰਮਾਨਾ।